ਸਕਾਈ ਰੇਡੀਓ ਔਨ ਸਕਾਈ ਟੀਵੀ ਤੇ ਹੁਨਰਮੰਦ ਧੀਆਂ ਪ੍ਰੋਗਰਾਮ ਦੇ ਵਿੱਚ ਅੱਜ ਦੀ ਇੱਕ ਹੁਨਰਮੰਦ ਧੀ ਆਓ ਮਿਲਦੇ ਆ ਹਰਸਿਮਰਨ ਕੌਰ ਪਿੰਡ ਮੰਡ ਤੇ ਜ਼ਿਲ੍ਹਾ ਜਲੰਧਰ ਤੋਂ ਬਿਲੋਂਗ ਕਰਦੀ ਹੈ। ਇਸ ਦੇ 3 ਕਿਤਾਬਾਂ ਇਹਦੀਆਂ ਹੁਣ ਤੱਕ ਆ ਚੁੱਕੀਆਂ ਨੇ। 12ਵੀਂ ਜਮਾਤ ਦੀ ਵਿਦਿਆਰਥੀ ਜਿਸਨੇ ਹੁਣ 12ਵੀਂ ਦੇ ਪੇਪਰ ਦਿੱਤੇ ਨੇ। ਇਹਨੇ 3 ਕਿਤਾਬਾਂ ਲਿਖੀਆਂ ਨੇ, 2 ਪੋਇਟਰੀ ਦੀਆਂ, 1 ਨੋਵਲ ਤੇ इंस्पिरेशन है। हाँ जी, इंस्पिरेशन है उस आने वाली जनरेशन के लिए। अपने बारे कुछ जानकारी दियो पहले। हाँ जी, थैंक यू मैनू इनवाइट करने लिए। मेरा नाम हरसिमरन कौर है एंड मैं मन पिंड की रहने वाली हाँ और मैं हुई 12th क्लास चो ग्रैजुएट हुई हाँ एंड मैं 3 बुक्स लिख चुकी हाँ। बहुत वधिया गल है, साडे लिए बहुत ही प्रेरणादायक ते प्रेरणा स्रोत है कि देखो कितनी माण वाली गल है साडे समाज लिए भी ते आने वाली नवी पीढ़ी लिए कि 17 साल की बच्ची जिहड़ी हुण तक 3 किताबां ਉਹਦੇ ਵਿੱਚੋਂ 2 ਕਿਤਾਬਾਂ ਉਹਦੀ ਕਵਿਤਾ ਦੀ ਤੇ 1 ਨਾਵਲ ਦੀ ਹੁਣ ਤੱਕ ਛਪ ਚੁੱਕੀ ਹੈ। ਤੇ ਆਪਣੇ ਪਰਿਵਾਰਿਕ ਪਿਛੋਕੜ ਬਾਰੇ ਤੁਸੀਂ ਜਾਣਕਾਰੀ ਦਿਓ। हाँ जी, मेरे पेरेंट्स गवर्नमेंट एम्प्लॉयज़ आ, दोनों टीचर्स आ एंड मेरे दादाजी भी टीचर रहे हैं रिटायर्ड एंड मेरी सिस्टर है एक और मैं। अच्छा, दोनों भैन भाई? हाँ जी। ते मम्मी पापा किहड़े स्कूल तुहाडे पढ़ाਉਂਦੇ ਨੇ? गवर्नमेंट स्कूल इब्बन एंड गवर्नमेंट स्कूल अहमदपुर। ओके, बहुत वधिया गल है। देखो ਧੀਆਂ ਜਿੱਥੇ ਅੱਜ ਕੱਲ ਮਾਪੇ ਜਾਂ ਸੋਚ ਹੁੰਦੀ ਸੀਗੀ ਪਹਿਲਾਂ ਕਿ ਧੀਆਂ ਬੋਝ ਸਮਝੀਆਂ ਜਾਂਦੀਆਂ ਸੀਗੀਆਂ, ਉੱਥੇ ਇਹਨਾਂ ਧੀਆਂ ਨੇ ਕਿੰਨਾ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਉਹਨਾਂ ਨੇ ਕਿੰਨੀ ਫਖਰ ਵਾਲੀ ਗੱਲ ਹੈ ਕਿ ਉਹਨਾਂ ਦੇ ਧੀਆਂ ਜਿੱਥੇ ਮਾਪਿਆਂ ਨੂੰ ਚਿੰਤਾ ਹੁੰਦੀ ਹੈ ਕਿ ਕਿਹੜੇ ਰਾਹ ਤੇ ਤੁਰਨਗੀਆਂ, ਜਿਹੋ ਜਿਹਾ ਸਮਾਜ ਜਿਹੜੀ ਦਿਸ਼ਾ ਵਿੱਚ ਚੱਲ ਰਿਹਾ ਹੈ, ਉੱਥੇ ਇਹ ਧੀਆਂ ਇੱਕ ਚਮਕਦੇ ਹੋਏ ਸੂਰਜ ਵਾਂਗ ਉੱਭਰ ਕੇ ਨਿਕਲੀਆਂ ਹਨ। ਆਪਣੇ ਬਚਪਨ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ? ਸੋ ਮੇਰਾ ਬਚਪਨ ਬੁੱਕਸ ਨਾਲ ਹੀ ਬੀਤਿਆ। ਮੈਂ ਛੋਟੀ ਹੁੰਦੀ ਤੋਂ ਹੀ ਮੈਨੂੰ ਬੁੱਕਸ ਪੜ੍ਹਨ ਦਾ ਬਹੁਤ ਸ਼ੌਕ ਸੀ ਤੇ ਹੁਣ ਵੀ ਹੈ। ਤੇ ਮੈਂ ਪੋਇਮਸ ਲਿਖਦੀ ਸੀ ਛੋਟੀ ਹੁੰਦੀ, ਪਰ ਉਹ ਪੋਇਮਸ ਇੰਨੀਆਂ ਜ਼ਿਆਦਾ ਵਧੀਆ ਨਹੀਂ ਹੁੰਦੀਆਂ ਸੀ। ਉਹਨਾਂ 'ਚ ਕੁਛ ਜਿੱਦਾਂ ਕੁਛ ਨਾ ਕੁਛ ਗ੍ਰਾਮੈਟੀਕਲ ਐਰਰਸ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ। ਬਟ मतलब मेरे बचपन ने बहुत ज़्यादा एक फॉर्मेटिव एक्सपीरियंस रहा और जो भी बुक्स मैं बचपन च पढ़ियाँ वो हाले तक मेरे नाल आ। जी जी जी, मतलब ਤੁਸੀਂ ਸ਼ੁਰੂ ਤੋਂ ਕਦੋਂ ਤੋਂ ਤੁਹਾਨੂੰ ਕਿਤਾਬਾਂ ਪੜ੍ਹਨ ਦੀ ਝਟਕ ਲੱਗੀ ਜਾਂ ਇਹ ਜਿਹੜਾ ਸਾਹਿਤ ਨਾਲ ਜੁੜਨਾ, ਇਹ ਕਿਹੜੀ ਉਮਰ ਤੋਂ ਤੁਸੀਂ ਇਹਦੇ ਨਾਲ ਜੁੜੇ ਹੋ? ਮੈਨੂੰ ਲੱਗਦਾ ਕਿ ਮੈਂ ਅਰਾਊਂਡ 9 ਇਅਰਸ ਦੀ ਹੁੰਦੀ ਸੀ ਜਦੋਂ ਮੈਂ ਪਹਿਲੀ ਪੋਇਮ ਲਿਖੀ। ਬਟ ਉਸ ਤੋਂ ਪਹਿਲਾਂ ਮੈਂ ਬੁੱਕਸ ਪੜ੍ਹਨੀਆਂ ਸਟਾਰਟ ਕੀਤੀਆਂ ਜਦੋਂ ਸਕੂਲ ਲਾਇਬ੍ਰੇਰੀ 'ਚੋਂ ਮੈਂ ਹਮੇਸ਼ਾ ਬੁੱਕਸ ਇਸ਼ੂ ਕਰਦੀ ਹੁੰਦੀ ਸੀ ਤੇ ਉੱਥੇ ਮੈਨੂੰ ਬਹੁਤ ਸ਼ੌਕ ਹੁੰਦਾ ਸੀ ਪੜ੍ਹਨ ਦਾ, ਕਿਉਂਕਿ ਮੈਂ ਆਪਣੀ ਫਰੈਂਡਸ ਨਾਲ ਵੀ ਫਿਰ ਅਸੀਂ ਉਸ ਬੁੱਕਸ ਬਾਰੇ ਗੱਲਾਂ ਕਰਦੇ ਹੁੰਦੇ ਸੀ ਐਂਡ ਸਾਰਾ ਕੁਛ। ਤੇ ਹੌਲੀ ਹੌਲੀ ਫਿਰ ਇੱਦਾਂ ਬੁੱਕਸ ਦੇ ਨਾਲ ਇੱਕ ਬਹੁਤ ਅਟੈਚਮੈਂਟ ਹੋ ਗਈ ਤੇ ਉਹ ਹਾਲੇ ਤੱਕ ਵੀ ਹੈ। ਤੇ ਤੁਸੀਂ ਕਿਹੜੀ ਭਾਸ਼ਾ ਦੇ ਵਿੱਚ ਜ਼ਿਆਦਾ ਸਾਹਿਤ ਪੜ੍ਹਿਆ? ਮੈਂ ਇੰਗਲਿਸ਼ ਵਿੱਚ ਜ਼ਿਆਦਾ ਪੜ੍ਹਿਆ। ਦੇਖੋ ਪੇਂਡੂ ਕਲਚਰ ਹੋਣ ਦੇ ਬਾਵਜੂਦ ਕਿ ਪਿੰਡਾਂ ਦੇ ਵਿੱਚ ਜਿੱਥੇ ਮਾਂ ਬੋਲੀ ਨੂੰ ਪ੍ਰਫੁੱਲਿਤ ਹੈ, ਘਰ ਦੇ ਵਿੱਚ ਸਾਰਾ ਜਿਹੜਾ ਪੰਜਾਬੀ ਦਾ ਬੋਲੀ ਦਾ ਹੀ ਸਾਰਾ ਦੌਰ ਹੁੰਦਾ ਹੈ, ਆਪਾਂ ਪੰਜਾਬੀ 'ਚ ਗੱਲ ਕਰਦੇ ਹਾਂ, ਤੇ ਉੱਥੇ ਅੰਗਰੇਜ਼ੀ ਭਾਸ਼ਾ ਵੱਲ ਜਾਣਾ ਜਿੱਥੇ ਕਿ ਕੋਈ ਪਿਛੋਕੜ ਨਹੀਂ ਹੈ, ਤੇ ਤੁਹਾਡੇ ਲਈ ਅੰਗਰੇਜ਼ੀ ਭਾਸ਼ਾ ਵੱਲ ਕਿਵੇਂ ਝੁਕਾਅ ਬਣਿਆ ਜਾਂ ਅੰਗਰੇਜ਼ੀ ਭਾਸ਼ਾ ਨੂੰ ਤੁਸੀਂ ਕਿਉਂ ਚੁਣਿਆ ਆਪਣੀ ਰਚਨਾ ਲਈ? ਮੈਨੂੰ ਲੱਗਦਾ ਹੈ ਕਿ ਹਰ ਇੱਕ ਲੈਂਗੁਏਜ ਬਹੁਤ ਹੀ ਬਿਊਟੀਫੁਲ ਆ। ਮੈਂ ਪੰਜਾਬੀ ਨੂੰ ਵੀ ਬਹੁਤ ਜ਼ਿਆਦਾ ਬਿਊਟੀਫੁਲ ਕੰਸੀਡਰ ਕਰਦੀ ਹਾਂ ਔਰ ਮੈਂ ਇੰਗਲਿਸ਼ ਨੂੰ ਵੀ ਉਸੇ ਤਰ੍ਹਾਂ ਬਹੁਤ ਬਿਊਟੀਫੁਲ ਕੰਸੀਡਰ ਕਰਦੀ ਹਾਂ। ਐਂਡ ਕਿਉਂਕਿ ਮੈਂ ਸ਼ੁਰੂ ਤੋਂ ਹੀ ਜਿਹੜਾ ਮੈਂ ਗਰੋ ਅਪ ਹੋਈ ਹਾਂ, ਮਤਲਬ ਇੱਕ ਇੰਗਲਿਸ਼ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹੀ ਹਾਂ ਔਰ ਆਈ ਥਿੰਕ ਉਹ ਸਾਰੇ ਫੈਕਟਰਸ ਨੇ ਮੈਨੂੰ ਬਹੁਤ ਜ਼ਿਆਦਾ ਅਟਰੈਕਟ ਕੀਤਾ ਇੰਗਲਿਸ਼ ਲੈਂਗੁਏਜ ਦੀ। ਕਿਉਂਕਿ ਉਸ ਟਾਈਮ ਜਦੋਂ ਮੈਂ ਗਰੋ ਅਪ ਹੋ ਰਹੀ ਸੀ ਅਰਾਊਂਡ 10 ਇਅਰਸ ਦੀ ਏਜ ਵਿੱਚ, ਮੈਂ ਇੱਕ ਨਾਵਲ ਪੜ੍ਹਿਆ ਸੀ ਜਿਸ ਦਾ ਨਾਮ ਹੈ ਦੀ ਐਡਵੈਂਚਰਸ ਆਫ ਟੌਮ ਸਾਇਰ ਔਰ ਬਹੁਤ ਹੀ ਫੇਮਸ ਨਾਵਲ ਹੈ, ਮਾਰਕ ਟਵੇਨ ਨੇ ਲਿਖਿਆ ਹੈ। ਐਂਡ ਉਸ ਤੋਂ ਬਾਅਦ ਹੀ ਮੈਨੂੰ ਉਹ ਬਹੁਤ ਜ਼ਿਆਦਾ ਮਤਲਬ ਇੰਸਪੀਰੇਸ਼ਨ ਮਿਲੀ ਉਸ ਬੁੱਕ 'ਚੋਂ ਔਰ ਮੈਂ ਹੋਰ ਵੀ ਬਹੁਤ ਸਾਰੇ ਇੱਦਾਂ ਦੇ ਵਰਕਸ ਪੜ੍ਹੇ ਇੰਗਲਿਸ਼ ਨਾਵਲਸ ਦੇ ਐਂਡ ਉਸ ਤੋਂ ਬਾਅਦ ਹੀ ਮੇਰਾ ਲਗਾਵ ਹੋ ਗਿਆ ਇੰਗਲਿਸ਼ ਵੱਲ, ਮੈਂ ਜ਼ਿਆਦਾ ਮਤਲਬ ਹੋ ਗਿਆ। ਤੇ ਤੁਹਾਨੂੰ ਕਿਸ ਤਰ੍ਹਾਂ ਦਾ ਰੀਡਿੰਗ ਦਾ ਸ਼ੌਂਕ ਹੈ? ਕਿਸ ਤਰ੍ਹਾਂ ਦਾ ਸਾਹਿਤ ਪੜ੍ਹਨਾ ਤੁਸੀਂ ਪਸੰਦ ਕਰਦੇ ਹੋ?
ਮੈਨੂੰ ਮੋਟੀਵੇਸ਼ਨਲ ਐਂਡ ਇੰਸਪੀਰੇਸ਼ਨਲ ਬੁੱਕਸ ਪੜ੍ਹਨਾ ਬਹੁਤ ਪਸੰਦ ਹੈ। ਮੈਨੂੰ ਫਿਕਸ਼ਨ ਬੁੱਕਸ ਪੜ੍ਹਨਾ ਬਹੁਤ ਪਸੰਦ ਹੈ। ਫਿਕਸ਼ਨ ਰਿਟਨ ਬਾय ਅਰੁੰਧਤੀ ਰॉय, ਸੈਲੀ ਰੂਨੀ ਜਿਹੜੇ ਇੱਕ ਆਇਰਿਸ਼ ਆਥਰ ਹੈ, ਐਂਡ ਮਾਰਕ ਟਵੇਨ। ਓਕੇ, ਤੁਹਾਡੀ ਸਾਰੀ ਸਕੂਲਿੰਗ ਬਚਪਨ ਤੋਂ ਨਰਸਰੀ ਤੋਂ ਕਿੱਥੋਂ ਪੜ੍ਹਦੇ ਰਹੇ ਹੋ ਤੁਸੀਂ? ਮੈਂ ਪਹਿਲਾਂ ਸੀਟਕਮ ਚੰਦ ਸਕੂਲ ਠੀਕ ਚ ਹੈ, ਸੀ, ਹਾਂਜੀ, ਹਾਂਜੀ। ਉੱਥੇ ਫਿਰ 4th ਤੱਕ ਰਹੀ, ਫਿਰ ਉਸ ਤੋਂ ਬਾਅਦ ਮੈਂ ਇੱਕ ਇੰਟਰਨੈਸ਼ਨਲ ਸਕੂਲ ਵਿੱਚ ਆ ਗਈ। ਠੀਕ ਹੈ, ਉੱਥੋਂ ਤੁਸੀਂ ਪੜ੍ਹਨਾ ਜਿਹੜਾ ਹੈ ਆਪਣਾ ਸ਼ੁਰੂ ਕੀਤਾ। ਹਾਂਜੀ। ਤੇ ਅੰਗਰੇਜ਼ੀ ਭਾਸ਼ਾ ਵੱਲ ਤੁਹਾਡਾ ਜਿਹੜਾ ਹੈ ਸਕੂਲ ਕਰਕੇ ਜੇ ਤੁਸੀਂ ਕਹਿ ਲਓ, ਤੁਹਾਡੇ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਕਿ ਤੁਸੀਂ ਘਰ ਦੇ ਵਿੱਚ ਕੋਈ ਸਾਹਿਤ ਪੜ੍ਹਨ ਦੀ ਕਿਸੇ ਨੂੰ ਸ਼ੌਂਕ ਹੈ ਜਾਂ ਕਿਸੇ ਨੂੰ ਲਿਖਣ ਦਾ ਸ਼ੌਂਕ ਹੋਵੇ ਤੁਹਾਡੇ ਘਰ 'ਚ? ਮੇਰੇ ਮੰਮਾ ਨੂੰ ਇਸ ਚੀਜ਼ ਦੀ ਬਹੁਤ ਸ਼ੌਕ ਹੈ, ਲਿਟਰੇਚਰ ਨਾਲ ਉਹਨਾਂ ਦਾ ਵੀ ਲਗਾਵ ਹੈ। ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਤੋਂ ਹੀ ਮੈਨੂੰ ਮਤਲਬ ਪ੍ਰੇਰਨਾ ਮਿਲੀ ਇਸ ਚੀਜ਼ ਦੀ, ਲਿਟਰੇਚਰ ਪੜ੍ਹਨ ਦੀ, ਕਿਉਂਕਿ ਉਹ ਆਪਣੇ ਕਾਲਜ ਡੇਜ਼ ਦੇ ਵਿੱਚ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਕਲੱਬਸ ਵਗੈਰਾ ਵਿੱਚ ਸ਼ਾਮਿਲ ਸੀ, ਲਿਟਰੇਚਰ ਕਲੱਬਸ, ਬੁੱਕ ਕਲੱਬਸ, ਅਤੇ ਉੱਥੋਂ ਸ਼ਾਇਦ ਮੈਨੂੰ ਇਸ ਚੀਜ਼ ਦਾ ਮਿਲਿਆ ਇੰਸਪੀਰੇਸ਼ਨ। ਬਿਲਕੁਲ, ਦੇਖੋ ਵਿੱਚ ਇੱਦਾਂ ਹੁੰਦਾ ਹੈ ਕਿ ਜ਼ਰੂਰ ਜਿਹੜੀ ਸਾਡੀ ਮੋਟੀਵੇਸ਼ਨ ਜਾਂ ਇੰਸਪੀਰੇਸ਼ਨ ਆ ਕਿਸੇ ਨਾ ਕਿਸੇ ਤੋਂ ਹੀ ਹੁੰਦੀ ਹੈ, ਕਿਸੇ ਨਾ ਕਿਸੇ ਸ਼ਖਸੀਅਤ ਤੋਂ ਹੁੰਦੀ ਹੈ, ਅਤੇ ਮਾਂ ਤੋਂ ਵੱਡਾ ਗੁਰੂ ਕੋਈ ਵੀ ਨਹੀਂ ਹੈ। ਤੇ ਮਾਂ ਹੀ ਹੈ ਜਿਹਨੂੰ ਦੇਖ ਕੇ ਬੱਚੇ ਅੱਗੇ ਤੁਰਦੇ ਨੇ, ਜਾਂ ਉਹਨਾਂ ਦੇ ਆਪਣੇ ਮਾਤਾ ਪਿਤਾ ਦੇ ਕਿਹੋ ਜਿਹੇ ਕਾਰ ਵਿਹਾਰ ਹੁੰਦੇ ਨੇ ਉਹਨਾਂ ਨੂੰ ਹੀ ਬੱਚੇ ਹਮੇਸ਼ਾ ਫੋਲੋ ਕਰਦੇ ਨੇ। ਬਹੁਤ ਵੱਡੀ ਗੱਲ ਹੈ ਕਿ ਤੁਹਾਡੇ ਮਾਂ-ਬਾਪ ਜਿਹੜੇ ਹੈ ਉਸ ਚੀਜ਼ ਨਾਲ ਉਸ ਰਾਹੇ ਤੁਰੇ ਹੋਏ ਨੇ ਤੇ ਤੁਸੀਂ ਉਹਨਾਂ ਨੂੰ ਫੋਲੋ ਕੀਤਾ। ਇਹ ਵਾਕਈ ਬਹੁਤ ਮਾਣ ਵਾਲੀ ਗੱਲ ਵੀ ਹੈ ਕਿ ਤੁਸੀਂ ਉਹਨਾਂ ਨੂੰ ਦੇਖ ਕੇ ਉਹਨੂੰ ਸਾਹਿਤ ਵਿੱਚ ਜਿਹੜੇ ਆ ਆਪਣੀ ਸੋਚ ਨੂੰ ਤੇ ਆਪਣੀ ਜ਼ਿੰਦਗੀ ਨੂੰ ਤੁਸੀਂ ਜੋੜਿਆ ਹੈ। ਔਰ 9 ਸਾਲ ਦਾ ਬੱਚਾ ਮੈਨੂੰ ਲੱਗਦਾ ਹੁੰਦਾ ਕਿ ਉਸ ਟਾਈਮ ਤਾਂ ਇੰਨੀ ਸੋਚ ਪੱਕੀ ਨਹੀਂ ਹੁੰਦੀ ਕਿ ਉਹ ਕੁਝ ਲਿਖ ਸਕੇ, ਔਰ ਤੁਸੀਂ 10 ਸਾਲ ਦੀ ਉਮਰ ਦੇ ਵਿੱਚ ਇੱਕ ਕਵਿਤਾ ਲਿਖ ਲਈ ਸੀਗੀ, ਤੇ ਉਸ ਤੋਂ ਬਾਅਦ ਤੁਸੀਂ ਉਹ ਕਿਸੇ ਨੂੰ ਚੈੱਕ ਕਰਵਾਈ ਜਾਂ ਦਿਖਾਈ ਉਹ ਕਿਸੇ ਨੂੰ? ਹਾਂਜੀ, ਮੈਂ ਆਪਣੇ ਇੰਗਲਿਸ਼ ਟੀਚਰ ਨੂੰ ਉਹ ਪੋਇਮ ਜਿਹੜੀ ਮੈਂ ਲਿਖੀ ਸੀ ਇੰਸਪੀਰੇਸ਼ਨ ਲੈ ਕੇ ਉਸ ਬੁੱਕ 'ਚੋਂ, ਦ ਐਡਵੈਂਚਰਸ ਆਫ ਟੌਮ ਸਾਇਰ, ਮੈਂ ਉਹਨਾਂ ਨੂੰ ਦਿਖਾਈ ਅਤੇ ਉਹਨਾਂ ਨੇ ਬਹੁਤ ਸਾਰੇ ਐਡਿਟਸ ਕੀਤੇ ਉਹਦੇ ਵਿੱਚ, ਅਤੇ ਉਹਨੂੰ ਇੱਕ ਪਰਟੀਕੂਲਰ ਇੱਕ ਸ਼ੇਪ ਦੇ ਦਿੱਤੀ। ਅਤੇ ਉਹ ਪੋਇਮ ਅੱਜ ਮੇਰੀ ਜਿਹੜੀ ਪਹਿਲੀ ਬੁੱਕ ਆ, ਦ ਬੈਸਟ ਆਈ ਕੈਨ ਡੂ ਇਜ਼ ਟੂ ਰਾਈਟ ਮਾਈ ਹਾਰਟ ਆਊਟ, ਇਸ ਵਿੱਚ ਸਾਡੇ ਦਰਸ਼ਕਾਂ ਨੂੰ ਦਿਖਾਉਣਾ ਚਾਹੋਗੇ ਬੁੱਕ? ਇਹ ਹਰਸਿਮਰਨ ਕੌਰ ਦੀ ਬੁੱਕ ਹੈ ਜੀ, ਦ ਬੈਸਟ ਆਈ ਕੈਨ ਡੂ ਇਜ਼ ਟੂ ਰਾਈਟ ਮਾਈ ਹਾਰਟ ਆਊਟ। ਠੀਕ ਹੈ, ਬਹੁਤ ਖੂਬਸੂਰਤ ਹੈ, ਟਾਈਟਲ ਬਹੁਤ ਸੁੰਦਰ ਹੈ। ਤੇ ਅੱਛਾ, ਇਹਦੇ ਵਿੱਚ ਤੁਹਾਡੀ ਫਰਸਟ ਪੋਇਮ ਹਾਂਜੀ ਹੈ ਇਹਦੇ 'ਚ? ਠੀਕ, ਤੁਸੀਂ ਕੋਈ ਇਹਦੇ 'ਚ ਆਪਣੀ ਬੈਸਟ ਪੋਇਮ ਪੜ੍ਹ ਕੇ ਸੁਣਾਉਣਾ ਚਾਹੋਗੇ? ਜੀ ਹਾਂ, ਜ਼ਰੂਰ। Writing is a piece of art that requires a lot of heart. It is a shadow to every poetic light. Pen becomes your mate and papers should be kept up to date. Progress is gained as thoughts are well maintained. Then comes a time when you recapitulate your work in a rhyme. The world becomes a real place which needs your sparkle to grace. Writing is a piece of art that requires a lot of heart. ਬਹੁਤ ਖੂਬਸੂਰਤ, ਬਹੁਤ ਹੀ ਖੂਬਸੂਰਤ ਔਰ ਬਹੁਤ ਵਧੀਆ ਤਰੀਕੇ ਨਾਲ ਲਿਖੀ ਹੈ। ਜਦੋਂ ਤੁਸੀਂ ਲਿਖਦੇ ਹੋ ਤੁਹਾਨੂੰ ਆਈਡੀਆਜ਼ ਕਿੱਥੋਂ ਆਉਂਦੇ ਜਾਂ ਤੁਹਾਡੇ ਬੇਸਿਕਲੀ ਵਿਸ਼ੇ ਕੀ ਹੈ ਲਿਖਣ ਦੇ? ਸੋ ਮੇਰੇ ਵਿਸ਼ੇ ਜਿਹੜੇ ਜਿੰਨੇ ਮਤਲਬ ਮੈਂ ਜਦੋਂ ਤੋਂ ਲਿਖ ਰਹੀ ਹਾਂ ਉਹ ਬਹੁਤ ਸਾਰੇ ਚੇਂਜਸ ਦੇ ਵਿੱਚ ਉਹ ਗੋ ਥਰੂ ਹੋਏ ਆ। ਫੋਰ ਐਗਜ਼ਾਮਪਲ ਪਹਿਲਾਂ ਮੈਂ ਜਿੱਦਾਂ ਤੁਹਾਨੂੰ ਮੈਂ ਪੋਇਮ ਸੁਣਾਈ, ਇਹ ਇੱਕ ਰਾਈਮ ਕਾਈਂਡ ਆਫ ਪੋਇਮ ਆ, ਅਤੇ ਹੁਣ ਮਤਲਬ ਜਦੋਂ ਮੈਂ ਬਾਕੀ ਰਾਈਟਰਸ ਨੂੰ ਪੜ੍ਹਦੀ ਹਾਂ, ਉਹਨਾਂ ਦੇ ਕੰਮ ਨੂੰ ਜਾਣਦੀ ਹਾਂ, ਉਹਨਾਂ ਨੂੰ ਦੇਖਦੀ ਕਿ ਉਹਨਾਂ ਨੂੰ ਕਿਸ ਚੀਜ਼ ਤੋਂ ਇੰਸਪੀਰੇਸ਼ਨ ਮਿਲੀ, ਉਹਨਾਂ ਨੇ ਇਹ ਪਰਟੀਕੂਲਰ ਪੋਇਮ ਕਿਸ ਚੀਜ਼ ਤੋਂ ਇੰਸਪੀਰੇਸ਼ਨ ਲੈ ਕੇ ਲਿਖੀ, ਅਤੇ ਮੈਨੂੰ ਪਤਾ ਚੱਲਦਾ ਕਿ ਕਿਹੜੇ ਇੰਸਪੀਰੇਸ਼ਨ ਦੇ ਸੋਰਸਿਸ ਆ ਜਿੱਥੋਂ ਆਪਾਂ ਇੰਸਪੀਰੇਸ਼ਨ ਲੈ ਸਕਦੇ। ਫੋਰ ਐਗਜ਼ਾਮਪਲ ਤੁਸੀਂ ਕੋਈ ਕਿਸੇ ਹੋਰ ਪੀਸ ਆਫ ਵਰਕ ਦੇ ਵਿੱਚੋਂ ਇੰਸਪੀਰੇਸ਼ਨ ਲੈ ਸਕਦੇ, ਕਿਸੇ ਡਰਾਇੰਗ ਜਾਂ ਕਿਸੇ ਪੇਂਟਿੰਗ ਵਿੱਚੋਂ ਕੁਛ ਲੈ ਸਕਦੇ, ਜਾਂ ਤੁਹਾਡੇ ਡੇਲੀ ਟੂ ਡੇਲੀ ਐਕਸਪੀਰੀਅੰਸਿਸ ਹੁੰਦੇ ਆ ਉਹਦੇ ਵਿੱਚੋਂ ਤੁਸੀਂ ਇੰਸਪੀਰੇਸ਼ਨ ਲੈ ਸਕਦੇ। ਅਤੇ ਆਈ ਥਿੰਕ ਕਿ ਮੇਰੇ ਜਿਹੜੇ ਇੰਸਪੀਰੇਸ਼ਨ ਆ, ਜਿਹੜੇ ਸੋਰਸਿਸ ਆ, ਉਹ ਵੀ ਡੇਲੀ ਟੂ ਡੇਲੀ ਲਾਈਫ, ਜਿੱਦਾਂ ਮੈਂ ਇੱਕ ਸਟੂਡੈਂਟ ਹਾਂ ਅਤੇ ਮੈਂ ਸਕੂਲ ਜਾਂਦੀ ਹਾਂ ਐਂਡ ਸਾਰਾ ਕੁਛ, ਅਤੇ ਉਹ ਸਾਰੀਆਂ ਚੀਜ਼ਾਂ ਤੋਂ ਮੈਂ ਇੰਸਪੀਰੇਸ਼ਨ ਲੈਂਦੀ। ਅਤੇ ਜਿਹੜਾ ਮੇਰਾ ਰਾਈਟਿੰਗ ਸਟਾਈਲ ਆ ਉਹ ਜਿਹੜਾ ਫੋਕਸ ਕਰਦਾ ਕੈਰੈਕਟਰ 'ਤੇ ਐਂਡ ਜਿਹੜੀ ਸੈਟਿੰਗ ਆ ਉਸ 'ਤੇ ਫੋਕਸ ਕਰਦਾ, ਜਿਹੜਾ ਮੈਂ ਸਟੋਰੀਜ਼ ਲਿਖਦੀ ਹਾਂ। ਐਂਡ ਬਹੁਤ ਸਾਰੀਆਂ ਸਟੋਰੀਜ਼ ਮੇਰੀਆਂ ਬਹੁਤ ਸਾਰੀਆਂ ਮੈਗਜ਼ੀਨਸ ਵਿੱਚ ਵੀ ਆਈਆਂ, ਅਮਰੀਕਾ ਦੀਆਂ ਬਹੁਤ ਸਾਰੀਆਂ ਜਿਹੜੀਆਂ ਰਿਵਿਊਜ਼ ਆ ਆਨਲਾਈਨ ਮੈਗਜ਼ੀਨਸ, ਉਹਨਾਂ ਵਿੱਚ ਮੇਰੀ ਆਨਲਾਈਨ ਮੈਗਜ਼ੀਨਸ ਵੀ ਤੁਹਾਡੇ ਜਿਹੜੇ ਹੈ ਪੋਇਮਸ ਜਾਂ ਸਟੋਰੀਜ਼ ਜਾ ਰਹੀਆਂ? ਸਟੋਰੀ ਸ਼ਾਰਟ ਸਟੋਰੀਜ਼ ਲਿਖਦੇ ਹੋ ਜਾਂ ਲੌਂਗ ਸਟੋਰੀਜ਼? ਮੈਂ ਦੋਨੀ ਸਟੋਰੀਜ਼ ਲਿਖਦੀ ਹਾਂ। ਮੈਂ ਇੱਕ ਜੌਨਰਾ ਜਿਹੜਾ ਮੈਂ ਲਿਖਦੀ ਹਾਂ ਉਸ ਦਾ ਨਾਮ ਹੈ ਫਲੈਸ਼ ਫਿਕਸ਼ਨ, ਔਰ ਉਹ ਜੌਨਰਾ ਜਿਹੜਾ ਹੁੰਦਾ ਉਹ 1000 ਵਰਡਸ ਤੋਂ ਘੱਟ ਹੁੰਦਾ,
ਤੇ ਮੈਂ ਉਸ ਵਿੱਚ ਲਿਖਦੀ ਹਾਂ ਆਪਣੀਆਂ ਸ਼ਾਰਟ ਸਟੋਰੀਜ਼ ਮੋਸਟਲੀ, ਤੇ ਸ਼ਾਰਟ ਸਟੋਰੀ ਜਨਰਾ ਵਿੱਚ ਵੀ ਮੈਂ ਲਿਖਦੀ ਹਾਂ। ਠੀਕ ਹੈ, ਮਤਲਬ ਤੁਹਾਨੂੰ ਜਿਹੜੇ ਵੱਖ-ਵੱਖ ਸਾਹਿਤਕਾਰਾਂ ਨੂੰ ਪੜ੍ਹ ਕੇ ਤੁਹਾਨੂੰ ਵਿਸ਼ੇ ਆਪਣੇ ਕੋਲ ਆਉਂਦੇ ਨੇ ਕਿ ਮੈਂ ਉਹਨਾਂ ਵਿਸ਼ਿਆਂ ਤੇ ਜਿਹੜੀ ਰਚਨਾ ਕਰ ਸਕਦੀ ਹਾਂ। ਹਾਂਜੀ ਠੀਕ, ਬਹੁਤ ਵਧੀਆ ਗੱਲ ਹੈ। ਤੇ ਤੁਹਾਡਾ ਨੈਸ਼ਨਲ ਬੁੱਕ ਆਫ ਰਿਕਾਰਡ ਵਿੱਚ ਵੀ ਨਾਮ ਕੀ, ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ। ਸੋ ਮੇਰਾ ਇੰਡੀਆ ਬੁੱਕ ਆਫ ਰੈਕਟਸ ਦੇ ਵਿੱਚ ਮੇਰਾ ਨਾਮ ਦਰਜ ਹੋਇਆ ਐਜ਼ ਦ ਮੈਕਸਿਮਮ ਕਲਰਸ ਆਫ ਪੋਇਟਰੀ ਇਨ ਵਨ ਬੁੱਕ, ਮੇਰੀ ਫਰਸਟ ਬੁੱਕ ਦੇ ਲਈ। ਐਂਡ ਜੀ ਉਹ ਮੇਰਾ ਉੱਥੇ ਨਾਮ ਦਰਜ ਹੋਇਆ ਤੇ ਮੈਨੂੰ ਇੱਕ ਗੋਲਡ ਮੈਡਲ ਮਿਲਿਆ ਉਸ ਚੀਜ਼। ਕਦੋਂ, ਕਿਹੜੇ ਈਅਰ ਦੇ ਵਿੱਚ ਤੁਹਾਡਾ ਨਾਮ ਦਰਜ ਹੋਇਆ? 2021। ਤੁਸੀਂ ਕਿੰਨੀ ਉਮਰ ਹੋਏਗੀ ਤੁਹਾਡੀ? 16। ਹਾਂਜੀ, ਠੀਕ ਹੈ। ਦਾ ਡੇਟ ਆਫ ਬਰਥ ਕੀ ਹੈ? 16th August 2004। 2004। ਤੇ ਤੁਹਾਨੂੰ ਹੋਰ ਕਿਹੜੀਆਂ ਸੰਸਥਾਵਾਂ ਤੋਂ ਸਨਮਾਨ ਮਿਲੇ ਹਨ? ਮੈਨੂੰ ਮੋਸਟਲੀ ਅਮਰੀਕਨ ਮੈਗਜ਼ੀਨਸ ਤੇ ਬਹੁਤ ਸਾਰੇ ਜਿਹੜੇ ਫੈਸਟੀਵਲਸ, ਆਰਟ ਫੈਸਟੀਵਲ ਹੁੰਦੇ ਜਿੱਦਾਂ ਦਾ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਟ ਫੈਸਟੀਵਲ, ਆਕਸਫੋਰਡ ਪ੍ਰੈਸ ਇੰਡੀਆ ਐਂਡ ਇਹਨਾਂ ਸਾਰੀਆਂ ਜਗ੍ਹਾ ਤੋਂ ਮੈਨੂੰ ਮਿਲਿਆ। ਤੇ ਆਨਲਾਈਨ ਸਨਮਾਨ ਹੈ? ਹਾਂਜੀ, ਜਦੋਂ ਮਤਲਬ ਮੈਂ ਆਪਣੀਆਂ ਪੋਇਮਸ ਬਹੁਤ ਸਾਰੀ ਪਬਲਿਸ਼ ਕਰਦੀ ਰਹਿੰਦੀ ਹਾਂ ਤੇ ਮੈਨੂੰ ਉਸ 'ਤੇ ਅਵਾਰਡਸ ਵਗੈਰਾ ਵੀ ਬਹੁਤ ਸਾਰੇ ਮਿਲਦੇ। ਮੈਂ ਬਹੁਤ ਸਾਰੇ ਹਾਈ ਸਕੂਲ ਕੰਪੀਟੀਸ਼ਨਸ, ਰਾਈਟਿੰਗ ਕੰਪੀਟੀਸ਼ਨਸ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ, ਜਿਹਦੇ ਵਿੱਚ ਮੈਨੂੰ ਆਨਰੇਬਲ ਮੈਂਸ਼ਨ ਜਾਂ ਕੁਛ ਨਾ ਕੁਛ ਪਲੇਸ ਫਸਟ ਸੈਕਿੰਡ ਥਰਡ ਆਉਂਦੀ ਹੈ। ਤੇ ਬਹੁਤ ਵਧੀਆ, ਗੁੱਡ ਲੱਕ ਫॉर ਫਿਊਚਰ ਆਲਸੋ। ਤੇ ਤੁਹਾਨੂੰ ਜਿਵੇਂ ਇਹ ਕਿਤਾਬਾਂ ਤੁਹਾਡੀਆਂ ਹੁਣ ਤੱਕ 3 ਪਬਲਿਸ਼ ਹੋਈਆਂ, ਤੇ ਇਹਦੇ ਵਿੱਚ ਸਭ ਤੋਂ ਵੱਧ ਸਹਿਯੋਗ ਕਿਸ ਤਰ੍ਹਾਂ ਮਿਲਿਆ ਤੁਹਾਨੂੰ, ਕਿਹਨੇ ਦਿੱਤਾ ਹੈ ਪਬਲਿਸ਼ ਦੇ ਵਿੱਚ? ਪਹਿਲਾਂ ਤਾਂ ਮੇਰੇ ਪੈਰੈਂਟਸ ਨੇ ਮੈਨੂੰ ਬਹੁਤ ਸਾਰਾ ਸਪੋਰਟ ਦਿੱਤਾ। ਉਹ ਸ਼ੁਰੂ ਤੋਂ ਹੀ ਮੇਰੀ ਰਾਈਟਿੰਗ ਦੇ ਬਹੁਤ ਜ਼ਿਆਦਾ ਮਤਲਬ ਬਹੁਤ ਮੈਨੂੰ ਅੱਗੇ ਵਧਣ ਲਈ ਕਹਿੰਦੇ ਹੁੰਦੇ ਸੀ ਐਂਡ ਹੁਣ ਵੀ ਕਹਿੰਦੇ ਆ, ਐਂਡ ਮੈਂ ਬਹੁਤ ਉਹਨਾਂ ਦੀ ਥੈਂਕਫੁਲ ਹਾਂ, ਬਹੁਤ ਗ੍ਰੇਟਫੁਲ ਹਾਂ। ਐਂਡ ਮੇਰੇ ਫੈਮਿਲੀ ਨੇ ਬਹੁਤ ਸਾਰਾ ਸਪੋਰਟ ਦਿੱਤਾ, ਐਕਸਟੈਂਡਡ ਫੈਮਿਲੀ। ਬਿਲਕੁਲ ਠੀਕ ਹੈ। ਫੈਮਿਲੀ ਤੋਂ ਜ਼ਿਆਦਾ ਵੱਧ ਸਪੋਰਟ ਤੇ ਉਮੀਦ ਨਹੀਂ ਰੱਖਦੇ ਹੁੰਦੇ, ਦੋਸਤ ਮਿੱਤਰ ਵੀ ਹੁੰਦੇ ਨੇ ਸਾਥ ਵਿੱਚ, ਬਟ ਜੋ ਮਾਂ-ਬਾਪ ਨੇ ਤੁਹਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਸਾਥ ਦੇਣਾ, ਉਹ ਸ਼ਾਇਦ ਹੀ ਕਿਤੋਂ ਮਿਲਦਾ, ਕਿਉਂਕਿ ਉਹਨਾਂ ਦੀ ਸੋਚ ਬੜੀ ਨਿਰਪੱਖ ਹੁੰਦੀ ਹੈ। ਉਹਨਾਂ ਨੇ ਆਪਣੇ ਬੱਚੇ ਦੀ ਜਿਹੜੀ ਗਰੋਥ ਹੈ, ਤਰੱਕੀ ਹੈ, ਉਹਦੇ ਲਈ ਸੋਚਣਾ ਹੁੰਦਾ ਕਿ ਜਿਹੜਾ ਬੱਚਾ ਹੈ ਸਾਡਾ ਵੱਧ ਤੋਂ ਵੱਧ ਉਚਾਈਆਂ ਤੇ ਪਹੁੰਚੇ। ਜਦੋਂ ਬਾਕੀ ਜਿਹੜਾ ਸਮਾਜ ਆਲਾ ਦੁਆਲਾ ਉਹ ਜਦੋਂ ਨਾ ਉਚਾਈ ਤੇ ਪਹੁੰਚਦੇ ਆ ਤਾਂ ਉਹਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਜੈਲਸੀ ਫੈਕਟਰ ਜ਼ਰੂਰ ਆਉਂਦਾ ਹੈ। ਜਿਵੇਂ ਹੁਣ ਵੀ ਪਿੱਛੇ ਜੇ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ, ਤਾਂ ਇੱਕ ਸਿੰਗਰ ਦੀ ਸਡਨ ਮੌਤ ਹੋ ਜਾਣਾ, ਤਾਂ ਉਹਦੇ ਵਿੱਚ ਉਹਨੇ ਕਿਹਾ ਹੈ ਕਿ ਜਦੋਂ ਤੁਸੀਂ ਚੜ੍ਹਾਈ ਕਰਦੇ ਹੋ ਤਾਂ ਤੁਹਾਨੂੰ ਹਾਈ ਰੇਟ ਨਫ਼ਰਤ ਮਿਲਦੀ ਹੈ। ਉਹਦੇ ਲਿਰਿਕਸ ਹੈਗੇ ਨੇ, ਇਹ ਮੈਨੂੰ ਵੀ ਬੜੇ ਟੱਚ ਕੀਤੇ ਸੀਗੇ ਕਿ ਦੇਖੋ ਜਦੋਂ ਆਪਾਂ ਤਰੱਕੀ ਦੇ ਰਾਹ ਵੱਲ ਜਾਂਦੇ ਹਾਂ ਤੇ ਸਮਾਜ ਸਾਨੂੰ ਇੱਕ ਜੈਲਸੀ ਕਹਿ ਲਓ ਜਾਂ ਨਫ਼ਰਤ, ਕਿ ਆਪਾਂ ਕਿਸੇ ਨੂੰ ਦੇਖ ਨਹੀਂ ਸਕਾਂਦੇ ਤਰੱਕੀ ਕਰਦੇ, ਤੇ ਇੱਕ ਮਾਂ-ਬਾਪ ਹੀ ਦੁਨੀਆ ਦੇ ਵਿੱਚ ਅਜਿਹੀ ਸ਼ਖਸੀਅਤ ਹੁੰਦੇ ਨੇ ਜੋ ਤੁਹਾਨੂੰ ਹਮੇਸ਼ਾ ਚਾਹੁੰਦੇ ਨੇ, ਬਲੈਸਿੰਗਸ ਦਿੰਦੇ ਨੇ ਕਿ ਸਾਡਾ ਬੱਚਾ ਜਿਹੜਾ ਹੈ ਹਮੇਸ਼ਾ ਅੱਗੇ ਤੋਂ ਅੱਗੇ ਵੱਧਦਾ ਰਹੇ। ਤੇ ਮੈਨੂੰ ਲੱਗਦਾ ਹੈ ਕਿ ਇੱਕ ਇਨਸਾਨ ਦੀ ਤਰੱਕੀ ਦੇ ਵਿੱਚ, ਉਹਦੀ ਉਚਾਈ ਤੇ ਪਹੁੰਚਣ ਦੇ, ਉਹਦੇ ਪਿੱਛੇ ਮਾਂ-ਬਾਪ ਤੋਂ ਇਲਾਵਾ ਸ਼ਾਇਦ ਹੀ ਕਿਸੇ ਦਾ ਹੱਥ ਹੋਵੇ। ਐਡੀਟਰ ਵੀ ਹੈਗੇ ਹੋ? ਹਾਂਜੀ, ਮੇਰੀ ਇੱਕ ਜ਼ੀਨ ਆ, ਆਨਲਾਈਨ ਮੈਗਜ਼ੀਨ, ਉਸਦਾ ਨਾਮ ਹੈ ਦ ਕ੍ਰੀਏਟਿਵ ਜ਼ੀਨ, ਐਂਡ ਉਸ 'ਤੇ 2 ਇਸ਼ੂਜ਼ ਆ ਚੁੱਕੇ ਆ, ਐਂਡ ਉਸ ਵਿੱਚ ਬਹੁਤ ਸਾਰੇ ਜਿਹੜੇ ਕਿ ਆ ਇੰਟਰਨੈਸ਼ਨਲ ਰਾਈਟਰਸ ਅਵਾਰਡ ਵਿਨਿੰਗ, ਉਹਨਾਂ ਨੇ ਕੰਟਰੀਬਿਊਟ ਕੀਤਾ ਹੈ। ਐਂਡ ਇਸ ਦਾ ਮੇਰਾ ਇੰਸਪੀਰੇਸ਼ਨ ਇੱਕ ਆਨਲਾਈਨ ਮੈਗਜ਼ੀਨ ਖੋਲ੍ਹਣ ਦੀ ਸੀ, ਕਿਉਂਕਿ ਪੰਜਾਬ ਦਾ ਜਿਹੜਾ ਲਿਟਰੇਸੀ ਰੇਟ ਆ ਉਹ ਬਹੁਤ ਘੱਟ ਆ ਬਾਕੀ ਸਟੇਟਸ ਨਾਲੋਂ, ਔਰ ਇੱਕ ਲਿਟਰੇਰੀ ਪਲੇਟਫਾਰਮ ਦੇਣ ਲਈ, ਜਿੱਦਾਂ ਮੈਂ ਆਸ-ਪਾਸ ਦੇਖਦੀ ਹਾਂ ਕਿ ਆਰਟਿਸਟ ਨੂੰ ਇੱਕ ਪਲੇਟਫਾਰਮ ਚਾਹੀਦਾ ਹੈ ਉਹਨਾਂ ਦੇ ਵਿਚਾਰ ਪ੍ਰਗਟ ਕਰਨ ਲਈ, ਜਾਂ ਉਹਨਾਂ ਨੇ ਆਪਣੀ ਰਾਈਟਿੰਗ ਸ਼ੇਅਰ ਕਰਨੀ ਦੂਸਰਿਆਂ ਲਈ, ਤੇ ਉਹ ਮੈਂ ਉਹਨਾਂ ਦੀ ਰਾਈਟਿੰਗ ਕੰਪਾਈਲ ਕਰਨ ਲਈ ਮੈਂ ਦ ਕ੍ਰੀਏਟਿਵ ਜ਼ੀਨ ਜਿਹੜੀ ਹੈ ਉਹ ਮੈਂ ਇਸਟੈਬਲਿਸ਼ ਕੀਤੀ ਹੈ। ਜ਼ੀਨ ਹਾਂਜੀ, ਮੈਗਜ਼ੀਨ ਆਨਲਾਈਨ ਮੈਗਜ਼ੀਨ। ਹਾਂਜੀ, ਠੀਕ ਹੈ। ਇਹ ਕੋਈ ਸਾਈਟ ਤੇ ਅਵੇਲੇਬਲ ਹੈ? ਹਾਂਜੀ, ਇਸ ਦੀ ਵੈਬਸਾਈਟ ਹੈ www.thecreativezine.org, ਠੀਕ ਹੈ। ਇਹ ਮਤਲਬ ਯੂਥ ਰਨ ਮੈਗਜ਼ੀਨ ਆ, ਔਰ ਇਹਦੇ ਵਿੱਚ ਤੁਸੀਂ ਵੀ ਸਬਮਿਟ ਕਰ ਸਕਦੇ ਆ ਕਿਸੇ ਵੀ ਆਰਟੀਕਲ। ਹਾਂਜੀ, ਆਰਟੀਕਲ, ਸਟੋਰੀਜ਼, ਪੋਇਮਸ, ਤੁਸੀਂ ਸਾਈਟ ਦੁਬਾਰਾ ਦੱਸ ਹਾਂਜੀ, www.thecreativezine.org।
ਕ੍ਰੀਏਟਿਵ ਜ਼ੇਨ। ਹਾਂਜੀ ਠੀਕ ਹੈ, ਇਹ ਤੁਹਾਡੇ ਵੱਲੋਂ ਜਿਹੜੀ ਮੈਗਜ਼ੀਨ ਹੈ ਆਨਲਾਈਨ ਸਟਾਰਟ ਕੀਤੀ ਗਈ ਹੈ ਹਾਂਜੀ। ਹੈ ਨਾ, ਤੁਸੀਂ ਇਹਦੇ ਐਡੀਟਰ ਹੋ। ਔਰ ਕੋਈ ਵੀ ਜਿਹੜਾ ਵੀ ਯੂਥ ਹੈ ਲਿਖਦਾ ਹੈ, ਇਹਦੇ ਵਿੱਚ ਲੈਂਗੁਏਜ ਇੰਗਲਿਸ਼ ਹੀ ਮਸਟ ਹੈ? ਨਹੀਂ, ਮੈਂ ਇਹਦੇ ਵਿੱਚ ਕੋਈ ਵੀ ਲੈਂਗੁਏਜ ਤੁਸੀਂ ਕਰ ਸਕਦੇ ਹੋ, ਤੇ ਮੈਂ ਇਹਨੂੰ ਮਤਲਬ ਇੱਕ ਇਨਕਲੂਜਨ, ਲੈਂਗੁਏਜ ਇਨਕਲੂਜਨ ਦੇ ਲਈ ਇਹ ਮੈਗਜ਼ੀਨ ਖੋਲ੍ਹੀ ਹੈ ਕਿ ਸਾਰਿਆਂ ਦੀ ਕ੍ਰੀਏਟੀਵਿਟੀ ਇਸ ਮੈਗਜ਼ੀਨ ਵਿੱਚ ਹੋਵੇ। ਹਾਂਜੀ ਨਹੀਂ, ਬਹੁਤ ਵਧੀਆ ਉਪਰਾਲਾ, ਕਾਬਿਲੇ ਤਾਰੀਫ ਹੈ ਤੁਹਾਡਾ ਇਹ ਉਪਰਾਲਾ ਕਿ ਤੁਸੀਂ ਆਪ ਤੇ ਸਾਹਿਤ ਨਾਲ ਜੁੜੇ ਹੋਏ ਹੋ ਔਰ ਯੂਥ ਨੂੰ ਵੀ ਜੋੜਨ ਲਈ ਜਿਹੜੀ ਹੈ ਆਨਲਾਈਨ ਮੈਗਜ਼ੀਨ ਕ੍ਰੀਏਟ ਕੀਤੀ ਹੈ। ਬਹੁਤ ਵਧੀਆ ਗੱਲ ਹੈ। ਸਾਡੇ ਉਮੀਦ ਹੈ ਮੈਨੂੰ ਕਿ ਯੂਥ ਨੂੰ ਇਸ ਤੋਂ ਬਹੁਤ ਇੰਸਪੀਰੇਸ਼ਨ ਮਿਲੇਗੀ ਤੇ ਉਹ ਜੁੜਨਗੇ ਇਸ ਚੀਜ਼ ਦੇ ਨਾਲ। ਪਰ ਕੀ ਕਵਿਤਾਵਾਂ ਹੋਰ ਕੁਝ ਤੁਹਾਡਾ ਮਤਲਬ ਤੁਸੀਂ ਲਿਖ ਰਹੇ ਹੋ ਹੁਣ ਵੀ, ਜਿਹੜਾ ਅਗਲੇ ਆਉਣ ਵਾਲੇ ਟਾਈਮ 'ਚ ਵੀ ਕਵਿਤਾਵਾਂ ਲਿਖ ਰਹੇ ਹੋ? ਜੀ ਹਾਂ, ਮੈਂ ਆਈ ਥਿੰਕ ਕਿ ਮੈਂ ਰਾਈਟਿੰਗ ਲਿਖਦੀ ਰਹੂੰਗੀ, ਆਫ ਕੋਰਸ ਪੋਇਮਸ ਲਿਖਦੀ ਰਹੂੰਗੀ, ਸ਼ਾਰਟ ਸਟੋਰੀਜ਼ ਲਿਖਦੀ ਰਹੂੰਗੀ, ਕਿਉਂਕਿ ਇਹ ਚੀਜ਼ਾਂ ਮੇਰੇ ਲਈ ਬਹੁਤ ਨੈਚੁਰਲ ਫੀਲ ਕਰਦੀਆਂ। ਮੈਂ ਆਪਣੇ ਆਪ ਨੂੰ ਸੈਲਫ ਰਿਫਲੈਕਟ ਕਰ ਸਕਦੀ ਹਾਂ ਥਰੂ ਰਾਈਟਿੰਗ ਐਂਡ ਥਰੂ ਰੀਡਿੰਗ, ਐਂਡ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਬਹੁਤ ਜ਼ਿਆਦਾ ਮੈਨੂੰ ਇੱਕ ਪਲੇਟਫਾਰਮ ਦੇ ਰਹੀਆਂ ਕਿ ਮੈਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਾਂ। ਇਹ ਵੀ ਬਹੁਤ ਵਧੀਆ ਤਰੀਕੇ ਨਾਲ। ਬਿਲਕੁਲ, ਰਾਈਟਿੰਗ ਨਾ ਇੱਕ ਅਜਿਹਾ ਮਾਧਿਅਮ ਹੈ ਜਿਹਦੇ ਰਾਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹੋ। ਇੱਕ ਹੁੰਦਾ ਬੋਲ ਕੇ ਐਕਸਪ੍ਰੈਸ ਕਰਨਾ ਜਾਂ ਕੋਈ ਤੁਹਾਡੇ ਜੈਸਚਰ ਦਾ ਜਾਂ ਐਕਸਪ੍ਰੈਸ਼ਨ ਆ, ਉਹ ਸ਼ਾਇਦ ਹੀ ਸਮਾਜ ਤੱਕ ਪਹੁੰਚ ਸਕਣ। ਇੱਕੋ ਇੱਕ ਸਾਡੇ ਕੋਲ ਰਾਈਟਿੰਗ ਮਾਧਿਅਮ ਹੈ ਜਿਹਦੇ ਰਾਹੀਂ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਕੇ ਦੂਜਿਆਂ ਤੱਕ ਵੀ ਪਹੁੰਚਾ ਸਕਦੇ ਹੋ ਤੇ ਆਪਣੇ ਮਨ ਦਾ ਜਿਹੜਾ ਗੁਬਾਰ ਹੈ ਤੁਸੀਂ ਕੱਢ ਵੀ ਸਕਦੇ ਹੋ, ਹੈ ਨਾ। ਕਈ ਵਾਰੀ ਯੂਜ਼ਲੀ ਆਪਾਂ ਕਹਿੰਦੇ ਹਾਂ ਕਿ ਤੁਸੀਂ ਬਹੁਤ ਡਿਪਰੈਸ ਹੋ ਜਾਂ ਬਹੁਤ ਉਦਾਸ ਹੋ ਜਾਂ ਬਹੁਤ ਖੁਸ਼ ਹੋ, ਤੇ ਤੁਸੀਂ ਆਪਣੇ ਅੰਦਰ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਦਬਾ ਕੇ ਰੱਖਣ ਦੀ ਬਜਾਏ ਲਿਖ ਕੇ ਉਹਨੂੰ ਕੱਢਿਆ ਜਾਵੇ। ਤੇ ਇਸ ਤੋਂ ਵਧੀਆ ਮਾਧਿਅਮ ਸ਼ਾਇਦ ਹੀ ਸਾਡੇ ਕੋਲ ਹੋਵੇ। ਜੇ ਗੁੱਸਾ ਹੋਵੇ ਤਾਂ ਅਸੀਂ ਲੜ ਕੇ ਕੱਢ ਲੈਂਦੇ ਹਾਂ ਤੇ ਉਹਦੇ ਅਲਟੀਮੇਟ ਜਿਹੜੇ ਨੁਕਸਾਨ ਉਹ ਸਾਨੂੰ ਭੁਗਤਣੇ ਪੈਣਗੇ। ਉਹੀ ਗੁੱਸਾ ਜੇ ਆਪਾਂ ਲਿਖ ਕੇ ਕੱਢ ਲਈਏ ਤਾਂ ਸ਼ਾਇਦ ਉਹਦਾ ਕੋਈ ਨੁਕਸਾਨ ਘੱਟ ਹੋਏਗਾ ਤੇ ਉਹਦੇ ਬਾਰੇ ਕਾਫੀ ਲੋਕਾਂ ਨੂੰ ਵੀ ਪਤਾ ਚੱਲੇਗਾ, ਹੈ ਨਾ। ਜਿਵੇਂ ਰਾਈਟਰਸ, ਆਪਾਂ ਸਟੋਰੀ ਰਾਈਟਰਸ ਕਹਿ ਲਓ, ਜਾਂ ਉਹਨਾਂ ਨੇ ਕਈ ਅਨੁਭਵ ਕੀਤਾ ਹੁੰਦਾ। ਮੈਨੂੰ ਨਾ ਸਭ ਤੋਂ ਵੱਧ ਸਫ਼ਰਨਾਮੇ ਬੜੇ ਅੱਛੇ ਲੱਗਦੇ ਆ ਕਿ ਜਦੋਂ ਤੁਸੀਂ ਇੰਨੀ ਜਗ੍ਹਾ, ਅਲੱਗ-ਅਲੱਗ ਜਗ੍ਹਾ ਘੁੰਮਦੇ ਹੋ, ਹੈ ਨਾ, ਤੁਹਾਡੇ ਕਈ ਤਰ੍ਹਾਂ ਦੇ ਅਨੁਭਵ ਹੁੰਦੇ ਆ। ਹੁਣ ਤੁਸੀਂ ਬਿਆਨ ਕਿਵੇਂ ਕਰਨਾ ਉਹਨਾਂ ਨੂੰ, ਤੇ ਇੱਕ ਜਿਵੇਂ ਤੁਸੀਂ ਸਵਿਟਜ਼ਰਲੈਂਡ ਗਏ ਹੋ, ਉਹਦੇ ਹਰ ਕੋਨੇ ਦੇ ਵਿੱਚ ਕੀ ਅਨੁਭਵ ਕੀਤਾ, ਤੇ ਤੁਸੀਂ ਲਿਖ ਕੇ ਆਪਣੇ ਸਮਾਜ ਤੱਕ ਉਸ ਚੀਜ਼ ਨੂੰ ਪਹੁੰਚਾ ਸਕਦੇ ਹੋ। ਤੇ ਮਤਲਬ ਬਹੁਤ ਸਾਰੇ ਲੋਕ ਹੈ ਦੁਨੀਆ ਨਹੀਂ ਘੁੰਮ ਸਕਦੇ, ਹਰ ਕਿਸੇ ਲਈ ਨਹੀਂ ਹੁੰਦਾ, ਪਰ ਜਦੋਂ ਤੁਸੀਂ ਉਹ ਕਿਤਾਬ ਪੜ੍ਹਦੇ ਹੋ ਤਾਂ ਤੁਹਾਨੂੰ ਆਪ ਨੂੰ ਲੱਗਦਾ ਹੈ ਕਿ ਤੁਸੀਂ ਉਹ ਸਫ਼ਰਨਾਮੇ ਰਾਹੀਂ ਤੁਸੀਂ ਆਪ ਦੁਨੀਆ ਦੇ ਵਿੱਚ ਘੁੰਮ ਰਹੇ ਹੋ। ਕਿਉਂਕਿ ਮੈਂ ਇੱਕ ਟੀਚਰ ਹਾਂ, ਤੇ ਮੈਂ ਆਪਣੇ ਬੱਚਿਆਂ ਨੂੰ ਜਦੋਂ ਪੜ੍ਹਾਉਂਦੀ ਹਾਂ ਨਾ, ਤਾਂ ਮੈਨੂੰ ਲੱਗਦਾ ਕਿ ਮੈਂ ਆਪ ਉਸ ਦੇਸ਼ ਦੇ ਵਿੱਚ ਪਹੁੰਚ ਗਈ ਹਾਂ। ਕਿ ਬਹੁਤ ਹੀ ਵਧੀਆ ਮਾਧਿਅਮ ਹੈ ਰਾਈਟਿੰਗ, ਤੇ ਸ਼ਾਇਦ ਮੈਨੂੰ ਲੱਗਦਾ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਮਾਧਿਅਮ ਜਿਹੜਾ ਹੈ ਅਪਣਾਉਣਾ ਚਾਹੀਦਾ ਹੈ। ਕਿ ਨਾ ਵਿਦਿਆਰਥੀ ਲਈ ਇੱਕ ਅਧਿਆਪਕ ਜ਼ਰੂਰ ਰੋਲ ਮਾਡਲ ਹੁੰਦਾ ਹੈ। ਜੀ ਹਾਂ, ਬਿਲਕੁਲ, ਹੈ ਨਾ, ਇਹ ਸੱਚ ਹੈ। ਤੇ ਤੁਹਾਡੀ ਲਾਈਫ ਦੇ ਵਿੱਚ ਕੋਈ ਇੱਦਾਂ ਦਾ ਅਧਿਆਪਕ ਹੈ ਜੋ ਤੁਹਾਡੇ ਲਈ ਇੰਸਪੀਰੇਸ਼ਨ ਬਣਿਆ ਹੋਵੇ ਜਾਂ ਤੁਹਾਡੇ ਲਈ ਰੋਲ ਮਾਡਲ ਹੋਵੇ? ਜ਼ਰੂਰ। ਮੈਨੂੰ ਲੱਗਦਾ ਕਿ ਮੈਂ ਬਹੁਤ ਗ੍ਰੇਟਫੁਲ ਹਾਂ ਮੇਰੇ ਇੰਗਲਿਸ਼ ਟੀਚਰ ਦੇ ਲਈ, ਜਿਨ੍ਹਾਂ ਨੇ ਮੈਨੂੰ 5th ਕਲਾਸ ਤੋਂ ਪੜ੍ਹਾਇਆ ਹੈ, ਐਂਡ ਉਹਨਾਂ ਲਈ ਮੈਂ ਆਪਣੀ ਫਸਟ ਬੁੱਕ ਡੈਡੀਕੇਟ ਵੀ ਕੀਤੀ ਹੈ, ਕਿਉਂਕਿ ਹਾਂਜੀ, ਕਿਉਂਕਿ ਉਹ ਮੈਨੂੰ ਹਮੇਸ਼ਾ ਉਹਨਾਂ ਨੇ ਆਪਣਾ ਪੂਰਾ ਮੈਨੂੰ ਸਪੋਰਟ ਦਿੱਤਾ। ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਇੱਕ ਰੋਲ ਟੀਚਰ ਦਾ ਹੁੰਦਾ ਹੈ ਉਹ ਉਸ ਦੇ ਨਾਲ ਦੀ ਕੋਈ ਰੀਸ ਨਹੀਂ ਹੁੰਦੀ। ਬਿਲਕੁਲ, ਸਾਡੀ ਸ਼ਖਸੀਅਤ ਇੱਕ ਅਧਿਆਪਕ 'ਤੇ ਨਿਰਭਰ ਕਰਦੀ ਹੈ। ਤੁਹਾਡਾ ਰੋਲ ਮਾਡਲ ਤੁਸੀਂ ਆਪਣੀ ਲਾਈਫ 'ਚ ਕਿਹਨੂੰ ਮੰਨਦੇ ਹੋ? ਮੈਂ ਰੋਲ ਮਾਡਲ ਆਈ ਥਿੰਕ ਕਿ ਜਿੰਨੇ ਵੀ ਵੱਡੇ ਰਾਈਟਰਸ ਰਹੇ ਆ, ਜਿਨ੍ਹਾਂ ਨਾਲ ਆਈ ਥਿੰਕ ਮੈਂ ਅਰੁੰਧਤੀ ਰੋਏ ਨੂੰ ਬਹੁਤ ਲਾਈਕ ਇੱਕ ਕਾਈਂਡ ਆਫ ਰੋਲ ਮਾਡਲ ਮੰਨਦੀ ਹਾਂ, ਕਿਉਂਕਿ ਉਹਨਾਂ ਦੀ ਰਾਈਟਿੰਗ ਜਿਹੜੀ ਹੈ ਉਹ ਬਹੁਤ ਹੀ ਇੰਸਪੀਰੇਸ਼ਨਲ ਹੈ ਤੇ ਮੋਟੀਵੇਸ਼ਨਲ ਹੈ। ਬਹੁਤ ਵਧੀਆ। ਤੇ ਤੁਹਾਡੇ ਫਿਊਚਰ ਪਲਾਨਸ ਕੀ ਹੋਣਗੇ? ਹੁਣ ਤੁਸੀਂ ਜਿਵੇਂ ਇੱਕ, ਮੈਨੂੰ ਜੋ ਲੱਗ ਰਿਹਾ ਕਿ ਤੁਸੀਂ ਇੱਕ ਰਾਈਟਿੰਗ ਦੀ ਤਰਫ, ਇੱਕ ਸਾਹਿਤਕਾਰ ਵੱਲ ਜਾ ਰਹੇ ਹੋ, ਹੈ ਨਾ, ਤੇ ਤੁਸੀਂ +2 ਹਿਊਮੈਨਿਟੀਜ਼ ਕੀਤੀ ਹੈ। ਤੁਹਾਡੇ ਫਿਊਚਰ ਪਲਾਨਸ ਕੀ ਹੈ? ਜਾਂ ਇੱਕ ਹਰ ਇੱਕ ਵਿਅਕਤੀ ਦਾ ਡ੍ਰੀਮ ਹੁੰਦਾ ਨਾ, ਮੈਂ ਉਹ ਚੀਜ਼, ਉਹ ਟਾਰਗੇਟ ਅਚੀਵ ਕਰਨਾ, ਮੈਂ ਲਾਈਫ ਦੇ ਵਿੱਚ ਇਸ ਹਾਈਟ ਤੇ ਪਹੁੰਚਣਾ। ਤੁਸੀਂ ਕੁਝ ਸੋਚਿਆ ਇਸ ਬਾਰੇ? ਮੇਰਾ ਸ਼ੁਰੂ ਤੋਂ ਹੀ ਜਿੱਦਾਂ ਟੀਚਿੰਗ ਵਗੈਰਾ ਦੇ ਵੱਲ ਬਹੁਤ ਰਿਹਾ ਹੈ, ਔਰ ਆਈ ਥਿੰਕ ਕਿ ਮੈਂ ਸ਼ਾਇਦ ਮੈਂ ਇੱਕ ਪ੍ਰੋਫੈਸਰ ਬਣਨਾ ਚਾਹੂੰਗੀ ਵੱਡੀ ਹੋ ਕੇ, ਬਟ ਇਹ ਥੋੜਾ ਚੇਂਜ ਵੀ ਹੋ ਸਕਦਾ ਜਿੱਦਾਂ ਮੈਂ ਐਕਸਪੀਰੀਅੰਸਿਸ ਲਵਾਂ।
हाँ एक्सपीरियंसेस से बहुत मैटर करता है। कई बार ਤੁਸੀਂ ਸੋਚ ਲੈਂਦੇ ਹੋ ਆਪਣੇ ਸਿਚੁਏਸ਼ਨਸ ਨਾਲ ਕਿ ਮੈਂ ਇਹ ਬਣਨਾ ਹੈ, ਪਰ ਆਫਟਰ 2-3 ਇਅਰਸ ਫਿਰ ਉਹ ਚੇਂਜ ਹੋ ਜਾਂਦੀਆਂ। ਚਲੋ ਸਾਡੀਆਂ ਵਿਸ਼ੇਜ਼ ਹੈਗੀਆਂ ਕਿ ਤੁਸੀਂ ਇੱਕ ਬਹੁਤ ਹੀ ਖੂਬਸੂਰਤ ਸਾਹਿਤਕਾਰ ਵਜੋਂ ਵੀ ਉੱਭਰੋ ਤੇ ਇੱਕ ਬਹੁਤ ਹੀ ਮੋਟੀਵੇਸ਼ਨਲ ਤੇ ਇਨਸਪੀਰੇਸ਼ਨ ਇੱਕ ਅਧਿਆਪਕ ਵਜੋਂ ਵੀ ਉੱਭਰੋ। ਤੇ ਤੁਸੀਂ ਸਾਡੀ ਜਿਹੜੀ ਨਵੀਂ ਪਨੀਰੀ ਹੈ, ਸਾਡੀ ਧੀਆਂ ਲਈ ਕਹਿ ਲਓ ਜਾਂ ਜਨਰੇਸ਼ਨ ਦੀ ਕਹਿ ਲਓ, ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਮੈਨੂੰ ਨਹੀਂ ਲੱਗਦਾ ਕਿ ਮੈਂ ਇੱਦਾਂ ਕੁਝ ਇੱਕ ਪਰਟੀਕੂਲਰ ਦੇ ਸਕਦੀ ਹਾਂ ਸੁਨੇਹਾ, ਬਟ ਮੈਂ ਇਹ ਕਹੂੰਗੀ ਕਿ ਸੈਲਫ ਰਿਫਲੈਕਟ ਕਰਨਾ ਬਹੁਤ ਹੀ ਜ਼ਰੂਰੀ ਆ। ਮੇਰਾ ਜਿਹੜਾ ਵੇ ਸੀਗਾ ਸੈਲਫ ਰਿਫਲੈਕਟ ਕਰਨ ਦਾ, ਉਹ ਥਰੂ ਰਾਈਟਿੰਗ ਐਂਡ ਰੀਡਿੰਗ ਸੀਗਾ। ਮੈਂ ਬੁੱਕਸ ਪੜ੍ਹਦੀ ਸੀ ਤੇ ਉਸ ਚੀਜ਼ ਨੂੰ ਮੈਂ ਰਿਫਲੈਕਟ ਕਰਦੀ ਸੀ। ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੋ ਵੀ ਤੁਹਾਡੀ ਹੌਬੀ ਆ ਜਾਂ ਕੁਛ ਵੀ ਆ, ਜੇ ਉਹ ਤੁਹਾਨੂੰ ਸੈਲਫ ਰਿਫਲੈਕਟ ਕਰਨ ਲਈ ਕਿਸੇ ਨਾ ਕਿਸੇ ਵੇ ਨਾਲ ਮੋਟੀਵੇਟ ਕਰਦੀ ਆ, ਉਹ ਤੁਸੀਂ ਜ਼ਰੂਰ ਤੁਹਾਨੂੰ ਕਰਨਾ ਚਾਹੀਦਾ ਹੈ। ਬਹੁਤ ਹੀ ਖੂਬਸੂਰਤ ਸੁਨੇਹਾ ਕਿ ਸੈਲਫ ਰਿਫਲੈਕਟ ਕਰੋ। ਮਤਲਬ ਬਹੁਤ ਘੱਟ ਬੱਚਿਆਂ 'ਚ ਇਹੋ ਜਿਹੀ ਚੀਜ਼ਾਂ ਹੁੰਦੀਆਂ, ਜਿਹੋ ਜਿਹਾ ਐਰਾ ਚੱਲ ਰਿਹਾ ਹੈ ਕਿ ਅਸੀਂ ਨਾ ਅੱਜ ਕੱਲ੍ਹ ਦੀ ਜਨਰੇਸ਼ਨ, ਮੈਂ ਬਹੁਤ ਵਿਚਰ ਰਹੀ ਹਾਂ, ਮੇਰੇ ਆਪਣੇ ਬੱਚੇ ਐਡੋਲੈਸੈਂਸ ਏਜ 'ਚ ਹੈ ਤਾਂ ਮੋਬਾਈਲ ਤੱਕ ਸੀਮਿਤ ਹੈ। ਪਰ ਇਹਨਾਂ ਦੀ ਗੱਲ ਬਿਲਕੁਲ ਠੀਕ ਆ ਕਿ ਆਪਣੀ ਹੌਬੀ ਨੂੰ ਤੇ ਆਪਣੇ ਹੋਰ ਤਰ੍ਹਾਂ ਦੇ ਜਿਹੜੇ ਸ਼ੌਂਕ ਆ ਉਹਨਾਂ ਦੇ ਵਿੱਚ ਜਿੱਥੇ ਤੁਸੀਂ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹੋ ਉਸ ਵੱਲ ਆਓ। ਤੇ ਮੈਨੂੰ ਲੱਗਦਾ ਹੈ ਕਿ ਹਰਸਿਮਰਨ ਕੌਰ ਦੀ ਸ਼ਖਸੀਅਤ ਹੀ ਸਾਡਾ ਸੁਨੇਹਾ ਹੈ ਕਿ ਸਾਨੂੰ ਆਪਣੇ ਆਪ ਨੂੰ ਸਾਹਿਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜੇ ਆਪਾਂ ਖੂਬਸੂਰਤ ਔਰ ਖੁਸ਼ੀਆਂ ਭਰਪੂਰ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ। ਤੇ ਉਮੀਦ ਕਰਦੀ ਹਾਂ ਕਿ ਆਪਾਂ ਇਹਨਾਂ ਤੋਂ ਅੱਜ ਦੀ ਜਿਹੜੀ ਮੁਲਾਕਾਤ ਹੈ ਬਹੁਤ ਕੁਝ ਸਿੱਖਿਆ ਹੋਏਗਾ ਤੇ ਬਹੁਤ ਕੁਝ ਸਿੱਖਾਂਗੇ ਵੀ, ਤੇ ਆਪਣਾ ਸਮਾਂ ਜਿਹੜਾ ਆਉਣ ਵਾਲਾ ਹੈ ਉਹ ਹੋਰ ਖੁਸ਼ਹਾਲ ਬਣਾਵਾਂਗੇ ਜੀ। ਥੈਂਕ ਯੂ। ਥੈਂਕ ਯੂ।